देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਤੋਂ ਬਾਅਦ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਕਿ ਅੱਜ ਪਹਿਲਾਂ ਤਾਂ ਬੀਜੇਪੀ ਜਿਹੜੇ ਯੁਵਾ ਹੈਗੇ ਨੇ ਇਹ ਇੱਥੇ ਆ ਕੇ ਇਹਨਾਂ ਨੇ ਪਹਿਲਾਂ ਪੁਤਲਾ ਫੂਕਿਆ, ਉਸ ਤੋਂ ਬਾਅਦ ਘਰ ਦਾ ਘਿਰਾਵ ਕਰਨ ਦੀ ਕੋਸ਼ਿਸ਼ ਵੀ ਕੀਤੀ, ਲੇਕਿਨ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰੋਟੈਕਸ਼ਨ ਹੋਣ ਦੇ ਨਾਲ ਤੇ ਇਸ ਸਮੇਂ ਸਿਰਫ ਇਹਨਾਂ ਦਾ ਇੱਥੇ ਹੀ ਪੁਤਲਾ ਫੂਕ ਕੇ ਹੀ ਪ੍ਰਦਰਸ਼ਨ ਕੀਤਾ। ਲੇਕਿਨ ਇਹਨਾਂ ਤੋਂ ਜਾਣਨਾ ਚਾਹਾਂਗੇ, ਜਿਹਦਾ ਤੁਸੀਂ ਕਹਿੰਦੇ ਹੋ ਕਿ ਵਿਵਾਦਿਤ ਬਿਆਨ ਦਿੱਤਾ, ਉਹਨਾਂ ਨੇ ਕਿਹਾ ਸੀ ਖੂਨ ਦੀਆਂ ਨਦੀਆਂ, ਉਹਨਾਂ ਨੇ ਕਿਹਾ ਸੀ ਮੈਂ ਆਪਣੇ ਖੂਨ ਦੀ ਨਦੀ ਬਹਾਊਂਗਾ, ਤੇ ਤੁਸੀਂ ਕਹਿ ਰਹੇ ਹੋ ਕਿ ਉਹ ਖੂਨ ਦੀਆਂ ਨਦੀਆਂ ਦੀ ਗੱਲ ਕਰ ਰਹੇ ਨੇ। ਨਹੀਂ, ਮੈਂ ਤੁਹਾਨੂੰ ਫਿਰ ਸਪਸ਼ਟ ਵੀ ਕਰਨਾ ਚਾਹੂੰਗਾ ਵੀ ਤੁਸੀਂ ਉਸ ਵੀਡੀਓ ਨੂੰ ਦੁਆਰ ਤੇ ਸੁਣਿਓ ਵੀ ਉਹਦੇ ਵਿੱਚ ਸਿੱਧਾ ਉਰੇ ਦੇ ਸੰਸਦ ਬਿੱਟੂ ਨੇ ਇੱਕੋ ਗੱਲ ਕਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਲਾਸ਼ਾਂ ਵਿਛਣਗੀਆਂ, ਉਹਦੇ ਵਿੱਚ ਕਿਤੇ ਖੂਨ ਦਾ ਜ਼ਿਕਰ ਨਹੀਂ, ਕਿਤੇ ਨਦੀਆਂ ਦਾ ਜ਼ਿਕਰ ਨਹੀਂ। ਉਹਨੇ ਸਿੱਧਾ ਹੀ ਸਿੱਧਾ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਗੱਲ ਕਰੀ ਹੈ, ਉਹਨੇ ਸਿੱਧਾ ਹੀ ਸਿੱਧਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਗੱਲ ਕੀਤੀ ਹੈ। ਪੰਜਾਬ ਦਾ ਮਾਹੌਲ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਖਰਾਬ ਹੋ ਜਾਏਗਾ ਕਿ ਜਿਸ ਤਰ੍ਹਾਂ ਉਹ ਕਹਿੰਦੇ ਪਏ ਨੇ ਕਿ ਅਸੀਂ ਆਪਣੇ ਖੂਨ ਦੀਆਂ ਲਾਸ਼ਾਂ ਦੀ ਗੱਲ ਕਰ ਰਹੇ ਹਾਂ, ਤੇ ਤੁਸੀਂ ਉੱਥੇ ਜਾ ਕੇ ਜਿਹੜਾ ਹੈਗਾ ਇਹਦਾ FIR ਦਰਜ ਵੀ ਕਰਾ ਸਕਦੇ ਹੋ ਦਿੱਲੀ, ਕਿਉਂਕਿ ਉਹਨਾਂ ਨੇ ਦਿੱਲੀ ਬਿਆਨ ਦਿੱਤਾ ਹੈ। ਤੁਸੀਂ ਕੀ ਸਮਝ? ਮੈਂ ਤੁਹਾਨੂੰ ਕਹਿਣਾ ਚਾਹੂੰਗਾ ਜਿਹੜਾ ਬਿਆਨ ਦਿੱਤਾ ਹੈ ਪੰਜਾਬ ਨੂੰ ਲੈ ਕੇ ਦਿੱਤਾ ਹੈ, ਤਾਂ ਇਹਦਾ ਜਿਹੜਾ ਵਿਰੋਧ ਹੈ ਉਹ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਹੈ। ਜਿਹੜਾ ਰਵਨੀਤ ਸਿੰਘ ਬਿੱਟੂ ਸੰਸਦ ਹੈ ਉਹ ਦਿੱਲੀ ਦਾ ਸੰਸਦ ਨਹੀਂ ਹੈ, ਉਹ ਪੰਜਾਬ ਦਾ ਸੰਸਦ ਹੈ। ਜਿਹੜੀ ਉਹਨੇ ਟਿੱਪਣੀ ਕੀਤੀ ਹੈ ਉਹ ਪੰਜਾਬ ਦੀ ਭਾਈਚਾਰੇ ਨੂੰ ਲੈ ਕੇ ਕੀਤੀ ਹੈ, ਪੰਜਾਬ ਦੇ ਲੋਕਾਂ ਨੂੰ ਲੈ ਕੇ ਕੀਤੀ ਹੈ। ਤਾਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਦਿੱਲੀ FIR ਦਰਜ ਕਰਨੀ ਚਾਹੀਦੀ ਹੈ, ਸਾਨੂੰ FIR ਪੰਜਾਬ ਦੇ ਵਿੱਚ ਦਰਜ ਕਰਨੀ ਚਾਹੀਦੀ ਹੈ। ਤਕਰੀਬਨ FIR ਦਰਜ ਹੋਣ ਤੋਂ ਬਾਅਦ ਜੇ ਪ੍ਰਸ਼ਾਸਨ ਉਹ ਤੇ FIR ਦਰਜ ਨਹੀਂ ਕਰਦੀ ਤਾਂ ਭਾਰਤੀ ਜਨਤਾ ਯੁਵਾ ਮੋਰਚਾ ਅਗਲੀ ਲੜਾਈ ਲਈ ਤਿਆਰ ਹੈ। ਪੰਜਾਬ ਦੇ ਤੁਸੀਂ ਹਿੱਤ ਦੀ ਗੱਲ ਕਰਦੇ ਹੋ, ਪੰਜਾਬ ਦੇ ਜਿਹੜੇ ਕਿਸਾਨ ਸੀਗੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸੀ, ਇੱਥੇ ਲਗਾਤਾਰ 2 ਮਹੀਨੇ ਉਹਨਾਂ ਨੇ ਇੱਥੇ ਪ੍ਰੋਟੈਸਟ ਕੀਤਾ, ਉਸ ਸਮੇਂ ਤੁਸੀਂ ਜਾਗੇ ਨਹੀਂ ਗਏ, ਤੇ ਉਹ ਕਿਉਂ ਨਹੀਂ, ਉਦੋਂ ਕਿਉਂ ਨਹੀਂ ਜਾਗੇ ਤੁਸੀਂ? ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ। ਸਾਡੀ ਭਾਰਤੀ ਜਨਤਾ ਪਾਰਟੀ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਕਰੀਬਨ ਕਿਸਾਨਾਂ ਦੀ ਆਏ ਨੂੰ 2 ਗੁਣਾ ਕਰਨ ਦੇ ਲਈ ਜੋ ਉਹਨਾਂ ਨੇ ਟੀਚਾ ਤੇ ਸੁਪਨਾ ਦੇਖਿਆ ਹੈ ਉਹਦੇ ਲਈ ਉਹ ਪ੍ਰਤੀਬੰਧ ਨੇ। ਜੇ ਤੁਸੀਂ ਗੱਲ ਕਰਦੇ ਹੋ ਕ੍ਰਿਸ਼ੀ ਕਾਨੂੰਨਾਂ ਦੀ, ਤਾਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਤੋਮਰ ਜੀ, ਅਮਿਤ ਸ਼ਾਹ ਜੀ, ਇਹਨਾਂ ਦੀ ਰਹਿਨੁਮਾਈ ਹੇਠ ਅਸੀਂ ਕਿਸਾਨ ਅੰਦੋਲਨ ਦੇ ਤਹਿਤ ਕਿਸਾਨਾਂ ਨਾਲ 6 ਵਾਰ ਬੈਠਕ ਕਰ ਚੁੱਕੇ ਹਾਂ। ਅੱਜ ਵੀ ਉਹਨਾਂ ਨਾਲ ਬੈਠਕ ਹੈ। ਜੇ ਤੁਸੀਂ ਗੱਲ ਕਰਦੇ ਹੋ ਕਿਸਾਨਾਂ ਦੀ, ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ 60 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨੇ MSP 1300 ਰੁਪਏ ਤੱਕ ਲੈ ਕੇ ਗਈ ਸੀ। ਸਿਰਫ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਨੇ ਜੇ 6 ਸਾਲਾਂ ਦੇ ਵਿੱਚ 1900 ਰੁਪਏ ਤੱਕ ਯਾਨੀ 600 ਰੁਪਇਆ MSP ਦਾ ਰੇਟ ਵਧਾਇਆ ਹੈ। ਤੁਸੀਂ ਗੱਲ ਕਰਦੇ ਹੋ ਕਿਸਾਨਾਂ ਦੀ, ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿਸਾਨਾਂ ਦੇ ਖਾਤੇ ਦੇ ਵਿੱਚ 6-6 ਹਜ਼ਾਰ ਰੁਪਏ ਪਾਉਣ ਦਾ ਕੰਮ ਕੀਤਾ ਬਿਨ ਮੰਗੇ ਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ। ਤੁਸੀਂ ਗੱਲ ਕਰਦੇ ਹੋ ਕਿਸਾਨਾਂ ਦੀ, ਜੇ ਅੱਜ ਕਿਸਾਨਾਂ ਨੂੰ ਲੈ ਕੇ ਜੇ ਕੋਈ ਉਹਨਾਂ ਦੀ ਮੰਗਾਂ ਨੇ ਉਹਦੇ ਲਈ ਬੈਠਕਾਂ ਦਿਨ ਰਾਤ ਚੱਲਦੀਆਂ ਨੇ, ਤੇ ਜਿਹੜੇ ਉਹ ਸ਼ੋਧ ਕਰਨ ਦੀ ਗੱਲ ਕਰਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਦੀ ਸਰਕਾਰ ਉਹ ਸ਼ੋਧ ਵੀ ਕਰਨ ਲਈ ਤਿਆਰ ਨੇ। ਕਹਿ ਰਹੇ ਹੋ ਕਿ 6 ਵਾਰੀ ਬੈਠਕਾਂ ਹੋਈਆਂ, ਕਿਸਾਨਾਂ ਨੂੰ ਜੇ ਮਨਜ਼ੂਰ ਨਹੀਂ ਹੈ ਤੇ 6 ਵਾਰੀ ਬੈਠਕਾਂ ਦੇ ਵਿੱਚ ਕੋਈ ਹੱਲ ਵੀ ਨਿਕਲਿਆ, ਜਿਹੜੀ ਹੁਣ ਅੱਜ ਬੈਠਕ ਹੋ ਰਹੀ ਹੈ ਕਿ ਤੁਸੀਂ ਸਮਝਦੇ ਹੋ ਹੱਲ ਨਿਕਲੂਗਾ? ਬਿਲਕੁਲ ਨਿਕਲੇਗਾ। ਕਾਂਗਰਸ ਕਿਸਾਨਾਂ ਦੀ ਇੱਕ ਮੰਗ ਸੀ ਵੀ ਸਾਡੀ ਮੰਡੀਕਰਨ, ਸਾਡਾ MSP ਰਹਿਣਾ ਚਾਹੀਦਾ ਹੈ, ਸਾਨੂੰ ਇੱਕ ਕੋਰਟ ਦੀ ਵਿਵਸਥਾ ਮਿਲਣੀ ਚਾਹੀਦੀ ਹੈ, ਸਾਡੀ ਜਿਹੜੇ ਉਹਨਾਂ ਨੂੰ ਇੱਕ ਮੰਡੀਕਰਨ ਰਹਿਣਾ ਚਾਹੀਦਾ ਹੈ। ਅਸੀਂ ਉਹ ਵਿਵਸਥਾ ਦੇ ਰਹੇ ਨੇ। ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਬਾਅਦ ਕੋਈ ਕਿੰਤੂ ਪਰੰਤੂ ਰਹਿ ਸਕਦੀ ਹੈ। ਕਿਸਾਨ ਦੀ ਮੰਗਾਂ ਹੈ ਉਹ ਭਾਰਤੀ ਜਨਤਾ ਪਾਰਟੀ ਮੰਨਣ ਲਈ ਵੀ ਤਿਆਰ ਹੈ, ਤੇ ਮੈਨੂੰ ਉਮੀਦ ਹੈ, ਤੇ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਤੇ ਕਹਿਣਾ ਚਾਹੂੰਗਾ ਵੀ ਮੈਨੂੰ ਉਮੀਦ ਵੀ ਹੈ ਤੇ ਮੈਨੂੰ ਲੱਗਦਾ ਵੀ ਹੈ ਵੀ ਭਾਰਤੀ ਜਨਤਾ ਪਾਰਟੀ ਤੇ ਅੱਜ ਦੀ ਜੋ ਬੈਠਕ ਹੈ ਕਿਸਾਨਾਂ ਦੀ ਉਹ ਅੱਜ ਹੱਲ ਹੋ ਜਾਏਗਾ, ਤੇ ਜਲਦੀ ਕਿਸਾਨ ਭਰਾ ਮੇਰੇ ਵਾਪਸ ਜੇ ਇਹਦਾ ਨਤੀਜਾ ਨਹੀਂ ਨਿਕਲਦਾ ਬੈਠਕ 'ਚ, ਫੇਰ ਕੀ ਤੁਸੀਂ ਸਮਝਦੇ ਹੋ? ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਮੈਨੂੰ ਜਦ ਵੀ ਕਿਸੇ ਚੀਜ਼ ਦਾ ਹੱਲ ਨਿਕਲਣਾ ਹੈ ਤਾਂ ਟੇਬਲ ਦੇ ਉੱਤੇ ਹੀ ਨਿਕਲਣਾ ਹੈ, ਬੈਠ ਕੇ ਹੀ ਨਿਕਲਣਾ ਹੈ। ਜਿਹੜੀ ਕਿਸਾਨਾਂ ਦੀ ਮੰਗਾਂ ਹੈ ਅਸੀਂ ਮੰਨਣ ਨੂੰ ਤਿਆਰ ਹਾਂ, ਤਾਂ ਮੈਨੂੰ ਨਹੀਂ ਲੱਗਦਾ ਵੀ ਗੱਲ ਦਾ ਹੱਲ ਨਾ ਨਿਕਲੇ। ਜੇ ਤੁਸੀਂ ਕਹਿੰਦੇ ਹੋ ਕਿਸਾਨਾਂ ਦੀ ਮੰਗਾਂ ਮੰਨਣ ਨੂੰ ਤਿਆਰ ਨੇ, ਮੋਦੀ ਸਾਹਿਬ ਹਜੇ ਤੱਕ ਉਹਨਾਂ ਦੀ ਕੋਈ ਵੀ ਮੰਗ ਵੱਲ ਧਿਆਨ ਨਹੀਂ ਦੇ ਰਹੇ, ਕਿਉਂ ਉਹ ਵਾਪਸ ਨਹੀਂ ਲੈ ਸਕਦੇ ਕਾਨੂੰਨ? ਕਿ 2 ਮਿੰਟ ਦਾ ਕੰਮ ਹੈ ਜਿਹੜਾ ਕਿ ਕਾਨੂੰਨ ਵਾਪਸ ਨਹੀਂ, ਤੁਸੀਂ ਇਹ ਗੱਲ ਕਹਿੰਦੇ ਹੋ ਵੀ ਮੋਦੀ ਸਾਹਿਬ ਉਹਨਾਂ ਦਾ ਧਿਆਨ ਨਹੀਂ ਦੇ ਰਹੇ ਹੈ। ਕਿਆ ਸਾਡੇ ਤੋਮਰ ਜੀ ਨੇ ਇਸ ਗੱਲ ਸਪਸ਼ਟ ਨਹੀਂ ਕੀਤੀ ਵੀ ਅਸੀਂ
ਜਿਹੜਾ ਤੁਸੀਂ ਐਮਐਸਪੀ ਉਹ ਲਿਖਤੀ ਰੂਪ ਦੇ ਵਿੱਚ ਦੇਣ ਨੂੰ ਤਿਆਰ ਹੈ। ਜਿਹੜੀ ਤੁਹਾਡੀ ਕੋਰਟ ਦੀ ਵਿਵਸਥਾ ਹੈ ਉਹ ਅਸੀਂ ਦੇਣ ਨੂੰ ਤਿਆਰ ਹੈ। ਪਰਾਲੀ ਵਾਲਾ ਮਸਲਾ ਹੈ ਉਹ ਅਸੀਂ ਸਭ ਕੁਝ ਕਰਨ ਨੂੰ ਤਿਆਰ ਹੈ। ਤਾਂ ਤੁਸੀਂ ਕਹਿੰਦੇ ਹੋ ਮੰਗ ਨਹੀਂ ਮੰਗੀ। ਕਹਿਣ ਦਾ ਮਤਲਬ ਕਿਸਾਨ ਗਲਤ ਨੇ, ਕਿਸਾਨ ਗਲਤ ਨੇ। ਹੁਣ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੂੰਗਾ, ਤੁਹਾਡੇ ਮੀਡੀਆ ਦੇ ਮਾਧਿਅਮ ਤੇ ਦੱਸਣਾ ਚਾਹੂੰਗਾ। ਤੁਸੀਂ ਇੱਕ ਗੱਲ ਕਹਿੰਦੇ ਹੋ ਵੀ ਕਿਸਾਨ ਗਲਤ ਨੇ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਕਿਸਾਨ ਗਲਤ ਨਹੀਂ ਹੈ। ਕਿਸਾਨ ਨੂੰ ਜੇ ਕਿਸੇ ਗੱਲ ਦੀ ਸ਼ੰਕਾ ਹੈ, ਜੋ ਚਾਹੁੰਦੀ ਹੈ ਵੀ ਮੈਨੂੰ ਐਮਐਸਪੀ ਲਿਖਤੀ ਰੂਪ ਦੇ ਵਿੱਚ ਮਿਲ ਜਾਵੇ, ਜੋ ਉਹਨਾਂ ਨੂੰ ਸ਼ੰਕਾ ਹੈ ਵੀ ਮੈਂ ਚਾਹੁੰਦੀ ਵੀ ਮੈਨੂੰ ਕੋਰਟ ਦੀ ਵਿਵਸਥਾ ਮਿਲ ਜਾਵੇ, ਤਾਂ ਮੈਂ ਨਹੀਂ ਕਹਿੰਦਾ ਵੀ ਉਹ ਗਲਤ ਨੇ। ਉਹਨਾਂ ਦੀ ਮੰਗ ਹੈ, ਉਹ ਸਾਡੀ ਸਰਕਾਰ ਦੇਖ ਰਹੀ ਹੈ। ਤੇ ਅਗਰ ਗੱਲ ਕਰੀਏ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੇਖ ਰਹੀ ਹੈ, ਹਜੇ ਤੱਕ ਸਾਰਾ ਪੂਰਾ ਦੇਸ਼ ਇੱਕ ਹੋ ਚੁੱਕਾ ਹੈ, ਲੇਕਿਨ ਸਿਰਫ ਬੀਜੇਪੀ ਵਾਲੇ ਕਹਿ ਰਹੇ ਕਿ ਸਿਰਫ ਸਹੀ ਹੈ ਕਾਨੂੰਨ, ਬਾਕੀ ਪੂਰਾ ਦੇਸ਼ ਕਹਿ ਰਿਹਾ ਗਲਤ ਹੈ ਕਾਨੂੰਨ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਜਿਹੜੇ ਉਹ 3 ਕਾਨੂੰਨ ਲਿਆਏ ਨੇ ਉਹ ਕਾਨੂੰਨ ਠੀਕ ਨੇ। ਜੇ ਸਾਡੇ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਕੋਈ ਚਿੰਤਾ ਹੈ, ਕੋਈ ਐਡ ਆਨ ਕਰਾਉਣਾ ਚਾਹੁੰਦੀ ਹੈ, ਤਾਂ ਭਾਰਤੀ ਜਨਤਾ ਪਾਰਟੀ ਕਰਨ ਲਈ ਤਿਆਰ ਨੇ। ਜੇ ਉਹਨਾਂ ਨੂੰ ਸ਼ੰਕਾ ਤੀ ਵੀ ਸਾਨੂੰ ਐਮਐਸਪੀ ਲਿਖਤੀ ਰੂਪ ਦੇ ਵਿੱਚ ਚਾਹੀਦੀ ਹੈ, ਤਾਂ ਉਹ ਵੀ ਦੇਣ ਲਈ ਤਿਆਰ ਨੇ। ਜੇ ਉਹ ਚਾਹੁੰਦੇ ਨੇ ਐਸਡੀਐਮ ਤੋਂ ਬਾਅਦ ਸਾਨੂੰ ਕੋਰਟ ਦੀ ਵਿਵਸਥਾ ਚਾਹੀਦੀ ਹੈ, ਤਾਂ ਭਾਰਤੀ ਜਨਤਾ ਪਾਰਟੀ ਉਹ ਵੀ ਦੇਣੇ ਨੂੰ ਤਿਆਰ ਹੈ। ਜੇ ਉਹ ਪਰਾਲੀ ਦਾ ਵਿਸ਼ਾ ਹੋਵੇ, ਕੋਈ ਵੀ ਵਿਸ਼ਾ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਗਲਤ, ਤੇ ਜੋ ਕਿਸਾਨ ਭਰਾ ਮੰਗ ਕਰਦੇ ਨੇ ਉਹ ਵੀ ਜਾਇਜ਼ ਹੈ। ਉਹ ਲਿਖਤੀ ਰੂਪ 'ਚ ਦੇਣ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤੇ ਦਿੱਲੀ ਦੀ ਸਰਕਾਰਾਂ ਨੇ ਤਾਂ ਹੁਣ ਤਾਂ ਸਿੱਧਾ ਉਹਨਾਂ ਨੂੰ ਆਪਣਾ ਵਾਈਫਾਈ ਵੀ ਫ੍ਰੀ ਦੇਤਾ, ਸੁਵਿਧਾ ਵੀ ਫ੍ਰੀ ਦੇ ਰਹੀ ਹੈ। ਕਿ ਤੁਹਾਨੂੰ ਲੱਗ ਰਿਹਾ ਕਿ ਸੜਕਾਂ ਤੋਂ ਪਹਿਲਾਂ ਰੋਕਿਆ ਜਾਂਦਾ ਹੈ, ਆਪਣੇ ਦੇਸ਼ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਨੂੰ ਦਿੱਲੀ ਤੱਕ ਜਾਣ ਤੋਂ ਰੋਕਿਆ ਜਾਂਦਾ? ਦੇਖੋ, ਜੇ ਮੈਂ ਦਿੱਲੀ ਦੀ ਸਰਕਾਰ ਦੀ ਗੱਲ ਕਰਾਂ, ਇੱਕ ਪਾਸੇ ਉਹ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਦਾ ਹੈ, ਦੂਏ ਪਾਸੇ ਪਾੜਦਾ ਹੈ, ਤਾਂ ਉਹਨਾਂ ਦੀ ਮਾਨਸਿਕਤਾ ਕਿਆ ਹੈ, ਉਹ ਕੀ ਦਿਖਾਉਣਾ ਚਾਹੁੰਦੀ ਹੈ, ਮੈਂ ਉਹਦੇ ਉੱਪਰ ਟਿੱਪਣੀ ਨਹੀਂ ਕਰੂੰਗਾ। ਮੈਨੂੰ ਇੱਕ ਗੱਲ ਪਤਾ ਹੈ ਵੀ ਭਾਰਤੀ ਜਨਤਾ ਪਾਰਟੀ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਦੇ ਹਿੱਤਾਂ ਲਈ ਨੇ। ਕਿਸਾਨਾਂ ਦੀ ਆਏ ਨੂੰ 2 ਗੁਣਾ ਕਰਨ ਦੇ ਲਈ ਉਹਨਾਂ ਨੇ ਜੋ ਵੀ ਸੁਪਨਾ ਦੇਖਿਆ ਹੈ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਰਜਕਰਤਾ ਉਹਨਾਂ ਨਾਲ ਖੜਿਆ ਹੈ। ਤੇ ਸੁਖਬੀਰ ਬਾਦਲ ਦਾ ਵੀ ਅੱਜ ਬਿਆਨ ਆਇਆ ਹੈ ਕਿ ਉਹ ਕਹਿ ਰਹੇ ਨੇ, ਸਿੱਧਾ ਕਹਿ ਰਹੇ ਨੇ ਕਿ ਬੀਜੇਪੀ ਦੇ ਕੁਝ ਬੰਦਿਆਂ ਨਾਲ ਉਹਨਾਂ ਦੀ ਗੱਲ ਹੁੰਦੀ ਹੈ, ਉਹ ਕਹਿ ਰਹੇ ਨੇ ਕਿ ਬੀਜੇਪੀ ਵਾਲੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇਹ ਉਹੀ ਅਕਾਲੀ ਦਲ ਹੈ ਜਿਸ ਟਾਈਮ ਸਾਡੀ ਸਰਕਾਰ ਦੇ ਵਿੱਚ ਸੀ। ਉਹ ਜਿਹੜੇ ਕਿਸਾਨ ਦੇ ਬਿੱਲ ਆਏ ਤੇ ਉਹਨਾਂ ਦਾ ਫੇਵਰ ਕਰਦਾ ਸੀ, ਲੇਕਿਨ ਇੱਕੋ ਲਖਤ ਪਲਟ ਕੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਲੱਗ ਗਿਆ। ਇਹ ਉਹੀ ਸੁਖਬੀਰ ਬਾਦਲ ਹੈ। ਇਹਦੀ ਗੱਲ 'ਤੇ ਇੰਨਾ ਧਿਆਨ ਨਹੀਂ ਦੇਣਾ ਚਾਹੀਦਾ। ਮੈਂ ਫੇਰ ਕਹਿਣਾ ਚਾਹੂੰਗਾ, ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਜੀ ਦੀ ਸਰਕਾਰ ਦਿਨ ਰਾਤ ਕਿਸਾਨਾਂ ਨਾਲ ਖੜੀ ਹੈ ਤੇ ਉਹਨਾਂ ਦੀ ਮੰਗਾਂ ਵੀ ਮੰਨ ਲਈਆਂ ਹੈ। ਮੈਨੂੰ ਨਹੀਂ ਲੱਗਦਾ ਵੀ ਇਸ ਅੰਦੋਲਨ ਨੂੰ ਅੱਜ ਦੀ ਬੈਠਕ ਤੋਂ ਬਾਅਦ ਅੱਗੇ ਵਧਾਉਣਾ ਪਊਗਾ। ਜਲਦੀ ਇਸ ਅੰਦੋਲਨ ਦਾ ਹੱਲ ਨਿਕਲ ਜਾਏਗਾ ਤੇ ਮੇਰੇ ਕਿਸਾਨ ਭਰਾ ਘਰ ਵਾਪਸੀ ਕਰਨਗੇ। ਸੋ ਇਹ ਸੀ ਸਾਡੇ ਨਾਲ ਯੁਵਾ ਪ੍ਰਧਾਨ ਭਾਨੂ ਪ੍ਰਤਾਪ। ਤੇ ਹੁਣ ਦੇਖਣ ਵਾਲੀ ਗੱਲ ਹੋਏਗੀ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਕਿਸਾਨਾਂ ਦਾ ਅੱਜ ਕੁਛ ਨਾ ਕੁਛ ਜਿਹੜਾ ਬੈਠਕ ਹੋ ਰਹੀ ਹੈ ਉਹਦੇ ਵਿੱਚ ਹੱਲ ਨਿਕਲੇਗਾ। ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਇਸ ਜਿਹੜਾ ਗੱਲ ਦਾ ਕੋਈ ਨਤੀਜਾ ਨਿਕਲਦਾ ਜਾਂ ਨਹੀਂ। ਲੇਕਿਨ ਅੱਜ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜੀ ਸਿਕਿਉਰਿਟੀ ਵਧਾਈ ਗਈ ਹੈ, ਰਵਨੀਤ ਸਿੰਘ ਬਿੱਟੂ ਦੇ ਘਰ ਦੀ ਸਿਕਿਉਰਿਟੀ ਵਧਾਈ ਗਈ ਹੈ, ਕਿਉਂਕਿ ਇੱਥੇ ਜਿਹੜਾ ਬੀਜੇਪੀ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਸੀਗਾ ਉਹ ਰੱਖਿਆ ਗਿਆ ਸੀਗਾ। ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ, ਹਾਲਾਂਕਿ ਬਿੱਟੂ ਸਾਹਿਬ ਦਿੱਲੀ ਬੈਠੇ ਨੇ, ਲੇਕਿਨ ਉਹਨਾਂ ਦੀ ਘਰ ਦੀ ਸਿਕਿਉਰਿਟੀ ਤਾਂ ਵੀ ਵਧਾਈ ਗਈ ਹੈ, ਕਿਤੇ ਕੋਈ ਅਨਸੁਖਾਵੀ ਘਟਨਾ ਨਾ ਹੋ ਜਾਵੇ, ਇਸ ਕਰਕੇ ਜਿਹੜਾ ਕਿ ਇਹਦੀ ਸਿਕਿਉਰਿਟੀ ਜਿਹੜੀ ਗਈ ਹੈ ਉਹ ਵਧਾਈ ਗਈ ਸੀ। ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਸੈਟੀ ਚੌਹਾਨ, ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।